सूही महला पंजवा। साजन पुरख सतगुर मेरा पूरा, तिस बिन अवर न जाना राम। मात पिता भाई सुत बंदप, जी प्राण मन भाणा राम। साजन पुरख सतगुर मेरा पूरा, तिस बिन अवर न जाना राम। मात पिता भाई सुत बंदप, जी प्राण मन भाणा राम। जियो पिंड सब तिसका दिया, सर्व गुणा भरपूरे। अंतरयामी सो प्रभु मेरा, सर्व रहया भरपूरे। ताकि शरण सर्व सुख पाए, होए सर्व कल्याणा। सदा सदा प्रभु को बलिहारा, नानक साधु कुर्बाना। ताकि शरण सर्व सुख पाए, होए सर्व कल्याणा। सदा सदा प्रभु को बलिहारा, नानक साधु कुर्बाना। वाहिगुरु जी का खालसा, वाहिगुरु जी की फतेह। गुरु दर ते हाजिर गुरु सवारे खालसा जी, आप जी वडभागे हो जो चौथे पातशाह सोडी सुल्तान सतगुरु धन 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 रामदास गुर जिन सिरिया तिने सवारिया। धन धन रामदास गुर जिन सिरिया तिने सवारिया। पूरी होई करामात आप सिरजनहारे धारिया। सिखी अते संगति पार ब्रह्म कर नमस्कारिया। इन्हां अजमतां वडियाइयां दे मालक गुरु रामदास पातशाह महाराज जी दे पवित्र अस्थान श्री हरमंदर साहिब दरबार साहब की यात्रा करदिआं अमृत सरोवर दे इशनान करदिआं अपने लोक परलोक दे सुख दाते सतगुरु छतर चवर तखत दे मालक सतगुरु धन धन श्री गुरु ग्रंथ साहिब पातशाह महाराज जी दे हजूर अपना जन्म सफला कर रहे हो। पहला उत्थे दर्शन कीते ने,
ਹੁਣ ਦੀਵਾਨ ਅਸਥਾਨ ਮੰਜੀ ਸਾਹਿਬ ਸਤਿਗੁਰਾਂ ਦੇ ਹਜੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਪੰਜਵਾ। ਸਾਜਨ ਪੁਰਖ ਸਤਿਗੁਰ ਮੇਰਾ ਪੂਰਾ। ਤਿਸ ਬਿਨ ਅਵਰ ਨ ਜਾਣਾ ਰਾਮ। ਹੁਣ ਸਮਾਂ ਹੈ ਇਸ ਪਾਵਨ ਅਸਥਾਨ ਦੀ ਨਿਯਮਤ ਮਰਿਆਦਾ ਦੇ ਅਨੁਸਾਰ ਜੋ ਅੱਜ ਹਰੀ ਦੇ ਮੰਦਰ ਵਿੱਚੋਂ ਪੋਥੀ ਪਰਮੇਸ਼ਰ ਕਾ ਥਾਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆਵਾਜ਼ਾ ਬਖਸ਼ਿਸ਼ ਕੀਤਾ ਹੈ। ਜੋ ਪਾਵਨ ਸ਼੍ਰੀ ਮੁਖ ਵਾਕ ਜੋ ਹੁਕਮਨਾਮੇ ਦੀ ਸਾਨੂੰ ਪ੍ਰਾਪਤੀ ਹੋਈ ਹੈ ਉਸ ਦੀ ਵਿਚਾਰ ਦਾ ਸਮੂਹ ਨਾਨਕ ਨਾਮ ਲੇਵਾ ਸਿੱਖਾਂ ਵਿੱਚ ਜੇ ਆਪਾਂ ਅੰਮ੍ਰਿਤਧਾਰੀ ਜਾਂ ਸਿੱਖ ਪਰਿਵਾਰਾਂ ਵਿੱਚ ਜਨਮ ਲੈ ਹੋਏ ਜੋ ਗੁਰੂ ਘਰ ਨੂੰ ਮੰਨਦੇ ਹਨ ਉਹਨਾਂ ਤੋਂ ਬਾਹਰ ਜਾਈਏ ਤਾਂ ਤਕਰੀਬਨ 15-20 ਕਰੋੜ ਵਿਅਕਤੀ ਐਸੇ ਨੇ ਜਿਹੜੇ ਇਹ ਜਾਣਨਾ ਚਾਹੁੰਦੇ ਨੇ ਕਿ ਅੱਜ ਦਰਬਾਰ ਸਾਹਿਬ ਤੋਂ ਹੁਕਮਨਾਮਾ ਕਿਹੜਾ ਹੈ, ਕਿਸ ਗੁਰੂ ਦਾ ਹੈ, ਸ਼ਬਦ ਕੀ ਹੈ, ਉਹਦਾ ਭਾਵ ਕੀ ਹੈ। ਬਹੁਤ ਵਧੀਆ ਉਦਮ ਹੈ ਕਿ ਜੋ ਮੁੱਖ ਵਾਕ ਆਉਂਦਾ ਹੈ ਉਸ ਦੀ ਇਸ ਅਸਥਾਨ ਤੇ ਰੋਜ਼ ਵਿਚਾਰ ਹੁੰਦੀ ਹੈ। ਕੇਵਲ ਵਿਚਾਰ ਨਹੀਂ ਹੁੰਦੀ, ਇਹ ਪੂਰੇ ਸੰਸਾਰ ਵਿੱਚ ਵਰਲਡ ਵਾਈਡ ਇਹ ਆਡੀਓ ਵੀਡੀਓ ਸੰਗਤ ਇਹਦੇ ਤੋਂ ਲਾਹੇਵੰਦ ਹੋਵੇ ਇਹ ਪ੍ਰਬੰਧ ਵੀ ਕੀਤਾ ਗਿਆ ਹੈ ਔਰ ਇਹ ਸਮੇਂ ਦੀ ਸਹੂਲਤ ਹੈ ਕਿ ਜਿਹੜਾ ਇਸ ਵਕਤ ਖੁੰਝ ਜਾਏ ਉਹ ਕਿਸੇ ਵੀ ਵੇਲੇ ਕਿਸੇ ਵੀ ਦਿਨ ਫਿਰ ਇਸ ਮੁੱਖ ਵਾਕ ਦੀ ਵਿਚਾਰ ਨੂੰ ਸਰਵਣ ਕਰ ਸਕਦਾ ਹੈ। ਸੋ ਅੱਜ ਗੁਰੂ ਨੇ ਕਿਰਪਾ ਕੀਤੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿ ਸਾਨੂੰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇ ਪਿਤਾ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ ਇਹ ਮੁੱਖ ਵਾਕ ਜੋ ਸੂਹੀ ਰਾਗ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 780 ਅੰਗ ਤੇ ਦਰਜ ਹੈ, ਇਹ ਬਖਸ਼ਿਸ਼ ਕੀਤਾ ਹੈ। ਸ਼ਬਦ ਦਾ ਜੋ ਆਕਾਰ ਹੈ ਉਹ 4 ਬੰਦ ਨੇ ਪਰ ਇਹ ਸਾਰੇ ਸ਼ਬਦ ਦਾ ਜੋ ਅਰਥ ਭਾਵ ਹੈ ਉਹ ਹੈ ਸਾਨੂੰ ਗੁਰੂ ਦੀ ਮਹਿਮਾ ਦ੍ਰਿੜ ਕਰਾਉਣਾ।
ਦਾਸ ਜਦੋਂ ਵੀ ਇੱਥੇ ਹਾਜ਼ਰੀ ਭਰਨ ਆਉਂਦਾ ਹੈ, ਉਦੋਂ ਹੀ ਆਪਣੀ ਬੇਨਤੀ ਨੂੰ ਇੱਥੋਂ ਹੀ ਆਰੰਭ ਕਰਦਾ ਹੈ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਗੁਰੂ ਹੈ, ਗੁਰੂ ਬਾਣੀ ਹੈ। ਬਾਣੀ ਤੋਂ ਬਿਨਾ ਗੁਰੂ ਕੋਈ ਨਹੀਂ ਹੈ, ਤੇ ਗੁਰੂ ਕੇਵਲ ਤੇ ਕੇਵਲ ਸਾਡਾ ਬਾਣੀ ਹੈ। ਅੱਜ ਜ਼ਰੂਰਤ ਹੈ ਸਿੱਖ ਕੌਮ ਨੂੰ ਗੁਰੂ ਦੇ ਬਖਸ਼ੇ ਹੋਏ ਇਸ ਸਿਧਾਂਤ ਤੇ ਪਹਿਰਾ ਦੇਣ ਦੀ। ਜਿੰਨੀ ਅੱਜ ਸਾਡੀ ਤਰਾਸਦੀ ਹੈ, ਜਿੰਨੀ ਸਾਡੀ ਅੱਜ ਅਧੋਗਤੀ ਹੈ, ਜਿੰਨੀ ਸਾਡੀ ਭਟਕਣ ਹੈ, ਜਿੰਨੇ ਸਾਡੇ ਵਿੱਚ ਵਹਿਮ ਭਰਮ ਨੇ, ਉਹ ਇੱਥੋਂ ਟੁੱਟਣ ਕਰਕੇ ਨੇ। ਮੈਂ ਥੋੜੇ ਦਿਨ ਪਹਿਲਾਂ ਬੰਗਲਾ ਸਾਹਿਬ ਵੀ ਬੇਨਤੀ ਕੀਤੀ ਸੀ ਕਿ ਅਗਰ ਆਸਾ ਕੀ ਵਾਰ ਨੂੰ ਗਾ ਲਿਆ ਜਾਂਦਾ ਔਰ ਇਹ ਬਾਣੀ ਸਾਡੇ ਕੰਠ ਹੋ ਜਾਂਦੀ, ਤੇ ਇਹ ਸੁਭਾਵਕ ਸਾਡੇ ਮੁਖ ਤੋਂ ਬਚਨ ਨਿਕਲਿਆ ਕਰਨੇ ਸਨ ਕਿ ਛੋਡੀ ਲੈ ਪਖੰਡਾ, ਨਾਮ ਲੈ ਜਾਹੇ ਤਰਨ ਦਾ। ਪਖੰਡ ਛੱਡ ਦੇ, ਬਿਨਾ ਰੱਬ ਦੇ ਨਾਮ ਤੋਂ ਤੂੰ ਤਰ ਨਹੀਂ ਸਕੇਗਾ। ਕਿਉਂਕਿ ਪੱਗ ਓਪੇ ਤਾਣਾ, ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਸ਼ਾਹੀ ਪਾਈ, ਮੂਰਖ ਅੰਧੇ ਪਤ ਗਵਾਈ। ਹੁਣ ਅਸੀਂ ਇਹੋ ਜਿਹੇ ਸਾਰੇ ਲੋਕਾਂ ਤੋਂ ਪ੍ਰਭਾਵਿਤ ਆ। ਉਹ ਜੀ ਪੈਰਾਂ ਵਿੱਚ ਜੁੱਤੀ ਨਹੀਂ ਪਾਉਂਦਾ, ਉਹ ਜੀ ਵਿਭੂਤੀ ਲਾਉਂਦਾ ਹੈ ਸਰੀਰ ਤੇ। ਵੇਖੋ, ਹਰ ਬੰਦੇ ਨੂੰ ਉਹਦੀ ਆਪਣੀ ਆਸਥਾ, ਉਹਦਾ ਧਰਮ ਮੁਬਾਰਕ ਹੈ। ਗੁਰੂ ਕਲਗੀਧਰ ਪਿਤਾ ਨੇ ਸਾਨੂੰ ਨਿਤਨੇਮ ਦੇ ਵਿੱਚ ਇਹ ਗੱਲ ਦ੍ਰਿੜ ਕਰਾ ਦਿੱਤੀ ਹੈ ਕਿ ਸੰਤ ਸਮੂਹ ਅਨੇਕ ਮਤੀ ਕੇ। ਸੰਸਾਰ ਵਿੱਚ ਮਤ ਬਹੁਤ ਨੇ। ਵੇਖੋ, ਨਾਵਣ ਕੋ ਤੀਰਥ ਕਣੇ, ਨਹਾਉਣਾ ਹੈ ਤੇ ਤੀਰਥ ਅਸਥਾਨ ਬਹੁਤ ਨੇ। ਪੂਜਣ ਕੋ ਬਹੁ ਦੇਵ, ਪੂਜਾ ਕਰਨੀ ਹੈ ਤੇ ਦੇਵੀ ਦੇਵਤੇ ਵੀ ਬੜੇ ਨੇ। ਪਰ ਕਹੋ ਕਬੀਰ ਛੂਟਣ ਨਹੀਂ। ਵੇਖੋ, ਜੇ ਤਾਂ ਤੁਸੀਂ ਆਪਣੀ ਜ਼ਿੰਦਗੀ ਦੇ ਸਿਰਫ ਐਕਸਪੈਰੀਮੈਂਟ ਕਰਨੇ ਨੇ, ਤਜਰਬੇ ਕਰਨੇ ਨੇ, ਜਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਲੈਬੋਰਟਰੀ ਬਣਾਉਣਾ ਹੈ, ਇੱਕ ਲੈਬ ਬਣਾਉਣਾ ਹੈ ਜਿਹਦੇ ਵਿੱਚ ਵੱਖਰੇ ਵੱਖਰੇ ਕੈਮੀਕਲ ਪਾ ਕੇ ਇਹ ਪਤਾ ਕੀਤਾ ਜਾਏ ਵੀ ਇਹਨੂੰ ਇਹਦੇ ਵਿੱਚ ਪਾਈਏ ਤੇ ਕੀ ਬਣਦਾ, ਇਹਨੂੰ ਇਹਦੇ ਨਾਲ ਰਲਾਈਏ ਤੇ ਕੀ ਬਣਦਾ, ਫਿਰ ਤਾਂ ਠੀਕ ਹੈ, ਜੋ ਮਰਜ਼ੀ ਕਰੋ ਤੁਸੀਂ। ਪਰ ਜੇ ਆਪਾਂ ਸਮਝਦੇ ਹਾਂ ਵੀ ਜ਼ਿੰਦਗੀ ਤਾਂ ਬੜੀ ਛੋਟੀ ਹੈ, ਸਵਾਸ ਬੜੇ ਕੀਮਤੀ ਨੇ, ਔਰ ਸਾਡੇ ਕੋਲੇ ਪੂੰਜੀ ਵੀ ਇਹੋ ਹੀ ਹੈ, ਅਸੀਂ ਸਵਾਸਾਂ ਰੂਪੀ ਪੂੰਜੀ ਲੈ ਕੇ ਆਏ ਆ। ਬਾਕੀ ਜਿਹੜੀ ਪਰਾਲਬਧ ਹੈ, ਇਹ ਪੂਰਬਲੇ ਕਰਮਾਂ ਦਾ ਇੱਕ ਸੰਜੋਗ ਹੈ। ਭਾਵੇਂ ਮਾਂ-ਪਿਓ ਦੇ ਰੂਪ ਵਿੱਚ ਹੈ, ਭਾਵੇਂ ਸੁਖ ਸਮਰਿੱਧੀ ਦੇ ਰੂਪ ਵਿੱਚ ਹੈ, ਭਾਵੇਂ ਧਨ ਦੌਲਤ ਦੇ ਰੂਪ ਵਿੱਚ ਹੈ। ਜਿਹੜੀ ਸਾਡੇ ਕੋਲ ਪੂੰਜੀ ਉਹ ਸਵਾਸਾਂ ਰੂਪੀ ਪੂੰਜੀ ਹੈ, ਕਿਉਂਕਿ ਹਮ ਆਦਮੀ ਹਾਂ ਇੱਕਦਮ ਹੀ। ਤੇ ਗੁਰੂ ਨੇ ਸਾਡੇ ਤੇ ਬੜੀ ਕਿਰਪਾ ਕੀਤੀ। ਜੇ ਅਸੀਂ ਇਹ ਮੰਨ ਲਈਏ ਕਿ ਸਾਡੀ ਸਭ ਤੋਂ ਵੱਡੀ ਖੁਸ਼ਕਿਸਮਤੀ ਕੀ ਹੈ, ਸਾਡੀ ਸਭ ਤੋਂ ਵੱਡੀ ਖੁਸ਼ਕਿਸਮਤੀ ਇਹ ਵੀ ਸਾਡਾ ਗੁਰੂ ਨਾਨਕ ਹੈ। ਸਾਡਾ ਗੁਰੂ ਨਾਨਕ ਹੈ। ਦੁਨੀਆ ਦੇ ਲੋਕਾਂ ਨੂੰ ਐਸੇ ਐਸੇ ਗੁਰੂ ਮਿਲੇ ਨੇ ਕਿ ਸਿਰ ਝੁਕ ਗਏ, ਅੱਖਾਂ ਸ਼ਰਮਸਾਰ ਹੋ ਗਈਆਂ ਜਦੋਂ ਪਤਾ ਲੱਗਿਆ ਵੀ ਇਦਾਂ ਦੇ ਵੀ ਗੁਰੂ ਹੁੰਦੇ ਨੇ।
ਔਰ ਇੱਕ ਗੱਲ ਯਾਦ ਰੱਖਣਾ, ਜਿਹਦੀ ਅਸਲ ਨਹੀਂ ਵਿਕਦੀ ਉਹਦੀ ਦੁਨੀਆ ਦੇ ਵਿੱਚ ਪਹਿਲੀ ਗੱਲ ਤੇ ਕੋਈ ਨਕਲ ਬਣਾਉਂਦਾ ਨਹੀਂ। ਜੇ ਬਣਾ ਲਵੇਗਾ ਤੇ ਉਹਨੂੰ ਮਿਲੇਗਾ ਕੁਝ ਨਹੀਂ, ਕਿਉਂਕਿ ਜਿਹੜਾ ਮਾਰਕਾ, ਜਿਹੜਾ ਲੋਗੋ, ਜਿਹੜਾ ਪ੍ਰੋਡਕਟ ਅਸਲੀ ਨਹੀਂ ਵਿਕਦਾ, ਹੁਣ ਉਹਦੀ ਕੋਈ ਨਕਲ ਬਣਾ ਕੇ ਵੇਚਣ ਦੀ ਖੇਚਲ ਕਰੇ ਤੇ ਮੂਰਖ ਹੀ ਹੋਏਗਾ। ਨਕਲ ਹਮੇਸ਼ਾ ਉਹਦੀ ਬਣਾਈ ਜਾਂਦੀ ਜਿਹਦਾ ਅਸਲ ਸੰਸਾਰ ਦੇ ਵਿੱਚ ਇੱਕ ਆਪਣਾ ਨਾਂ ਰੱਖਦਾ ਹੋਵੇ। ਔਰ ਅੱਜ ਤੁਸੀਂ ਵੇਖਿਆ ਕੋਈ ਵੀ ਵਿਅਕਤੀ ਗੁਰੂ ਤੋਂ ਘੱਟ ਹੈ ਹੀ ਨਹੀਂ ਹੈ। ਹਰ ਵਿਅਕਤੀ ਆਪਣੇ ਆਪ ਨੂੰ ਗੁਰੂ ਕਹਿੰਦਾ ਹੈ। ਔਰ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਨੇ ਸਾਡਾ ਇਹ ਭਰਮ ਨਿਵਾਰਿਆ ਸੀ, ਆਖਿਆ ਸੀ ਦੁਨੀਆ ਦੇ ਲੋਕੋ ਗੁਰੂ ਚਾਰ ਕਿਸਮ ਦੇ ਨੇ। ਗੁਰੂਆਂ ਦੀਆਂ ਵੀ ਵੈਰਾਈਟੀਆਂ ਨੇ, ਗੁਰੂਆਂ ਦੀਆਂ ਵੀ ਕਿਸਮਾਂ ਨੇ, ਗੁਰੂਆਂ ਦੀਆਂ ਵੀ ਜਾਤਾਂ ਨੇ, ਗੁਰੂ ਵੀ ਚਾਰ ਵੰਨਗੀਆਂ ਦੇ ਨੇ। ਭੁਲੇਖੇ 'ਚ ਨਾ ਪੈਣਾ। ਮਤਲਬ ਇੰਨਾ ਕੁਝ ਹੁੰਦਿਆਂ ਹੋਇਆਂ ਵੀ ਇਹਨੂੰ ਸਤਿਗੁਰੂ ਦੀ ਬਾਣੀ ਇਦਾਂ ਸਾਨੂੰ ਦੱਸਦੀ ਹੈ ਕਿ ਮਨ ਜਾਣਤ ਸਭ ਬਾਤ, ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ। ਇਹ ਜਾਣਦਿਆਂ ਹੋਇਆਂ ਕਿ ਗੁਰੂ ਤੋਂ ਬਿਨਾ ਗਤ ਨਹੀਂ, ਸ਼ਾਹ ਤੋਂ ਬਿਨਾ ਪਤ ਨਹੀਂ, ਫਿਰ ਇਹ ਵੀ ਪਤਾ ਹੋਵੇ ਕਿ ਗੁਰੂਆਂ ਦੀਆਂ ਵੀ ਅੱਗੋਂ ਜਾਤੀਆਂ ਨੇ ਭਾਈ, ਵੈਰਾਈਟੀਆਂ ਨੇ। ਗੁਰੂ ਦੀ ਨਕਲ ਬੜੀ ਆ ਚੁੱਕੀ ਹੈ ਮਾਰਕੀਟ ਵਿੱਚ, ਬਚ ਕੇ ਰਿਓ ਜੇ। ਪਰ ਇਹ ਸਾਰੇ ਕੁਝ ਦੇ ਬਾਵਜੂਦ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ। ਤਾਂ ਸਤਿਗੁਰੂ ਦੀ ਬਾਣੀ ਕਹਿੰਦੀ ਕਾਹੇ ਕੀ ਕੁਸ਼ਲਾਤ, ਬੰਦਿਆ ਫਿਰ ਤੇਰੀ ਚਲਾਕੀ ਤਾਂ ਨਹੀਂ ਹੈ, ਨਾ ਇਹ ਤੇਰੀ ਸਿਆਣਪ ਹੈ, ਨਾ ਇਹ ਤੇਰੀ ਕੁਸ਼ਲਤਾ ਹੈ, ਨਾ ਤੇਰੀ ਚਤੁਰਾਈ ਹੈ। ਮਤ ਕਵੇਂ ਕਿ ਇਹ ਮੇਰੀ ਕਲੈਵਰਨੈਸ ਹੈ, ਨਾ, ਇਹ ਤੇ ਤੇਰੀ ਮੂਰਖਤਾ ਹੈ ਕਿ ਹਾਥ ਦੀਪ ਕੂਏ ਪਰ। ਉਹ ਬੰਦਿਆ ਹੱਥ ਵਿੱਚ ਦੀਵਾ ਹੋਵੇ ਤੇ ਤੂੰ ਖੂਹ ਵਿੱਚ ਡਿੱਗ ਪਵੇਂ ਤੇ ਫਿਰ ਕਵੇਂ ਜੀ ਵੇਖਿਆ ਮੈਂ ਕਿੰਨਾ ਚਲਾਕ ਆ, ਵੇਖਿਆ ਮੈਨੂੰ ਕਿੰਨੀ ਸ਼ਾਤਰਤਾ ਆਉਂਦੀ ਹੈ, ਵੇਖਿਆ ਮੈਂ ਕਿੰਨਾ ਚਤਰ ਆ, ਵੇਖਿਆ ਮੇਰੀ ਕਿੰਨੀ ਵੱਡੀ ਸਿਆਣਪ ਹੈ। ਇਹੋ ਜਿਹੇ ਬੰਦੇ ਤੁਹਾਨੂੰ ਮਿਲਣਗੇ ਜਿਨ੍ਹਾਂ ਨੇ ਆਪਣੀ ਇਸ ਚਤੁਰਾਈ ਦੇ ਕਾਰਨ ਸਭ ਕੁਝ ਆਪਣਾ ਗਵਾ ਲਿਆ, ਖਤਮ ਕਰ ਲਿਆ। ਸਾਨੂੰ ਉਹਨਾਂ ਲੋਕਾਂ ਮਗਰ ਨਹੀਂ ਜਾਣਾ। ਅੱਜ ਦਾ ਜਿਹੜਾ ਮੁੱਖ ਵਾਕ ਹੈ, ਕਿਉਂਕਿ ਸ਼ਬਦ ਦਾ ਸਵਰੂਪ ਵੱਡਾ ਹੈ, ਸਮੇਂ ਦੀ ਇੱਕ ਆਪਣੀ ਸੀਮਾ ਹੈ। ਆਪਾਂ ਯਤਨ ਕਰਾਂਗੇ ਕਿ ਇਸ ਸਮੇਂ ਦੇ ਵਿੱਚ ਆਪਾਂ ਇਸ ਸ਼ਬਦ ਦੇ ਭਾਵ ਨੂੰ ਸਮਝਦਿਆਂ ਹੋਇਆ, ਵੇਖੋ ਅਰਥ ਜਿਹੜੇ ਹੁੰਦੇ ਨੇ ਨਾ, ਉਹ ਬੜੇ ਥੋੜੇ ਸਮੇਂ ਦੇ ਵਿੱਚ ਕੀਤੇ ਜਾ ਸਕਦੇ ਨੇ। ਕਿਤੇ ਲਿਖੇ ਹੋਣ ਤੇ ਪੜ੍ਹੇ ਜਾ ਸਕਦੇ ਨੇ। ਜਿਵੇਂ ਮੈਂ ਵੀ ਦਰਬਾਰ ਸਾਹਿਬ ਤੋਂ ਬਾਹਰ ਆਇਆ ਤੇ ਜਿੱਥੇ ਸ਼੍ਰੀ ਮੁੱਖ ਵਾਕ ਲਿਖਿਆ ਹੁੰਦਾ ਉੱਥੇ ਨਾਲ ਅਰਥ ਵੀ ਲਿਖੇ ਹੋਏ ਨੇ। ਜਿੰਨਾ ਕੁ ਮੈਨੂੰ ਮੁੱਖ ਵਾਕ ਪੜ੍ਹਨ ਤੇ ਸਮਾਂ ਲੱਗਾ, ਉਹਨਾਂ ਕੀ ਅਰਥ ਪੜ੍ਹਨ ਤੇ ਸਮਾਂ ਲੱਗਾ। ਪਰ ਇਹਨੂੰ ਸਮਝਣ ਲਈ, ਇਹਨੂੰ ਆਪਣੇ ਅੰਤਿਕਰਨ ਵਿੱਚ, ਆਪਣੇ ਹਿਰਦੇ ਵਿੱਚ ਵਸਾਉਣ ਲਈ, ਕਿਉਂਕਿ ਅੱਜ ਜਿਹੜਾ ਸ਼ਬਦ ਹੈ ਨਾ, ਇਹ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਗੁਰੂ ਬਾਰੇ ਜਾਣੋ। ਸਤਿਗੁਰੂ ਕਹਿੰਦੇ ਇਸ ਤੋਂ ਅੱਗੇ ਚੱਲੋ ਭਾਈ। ਜਾਣਕਾਰੀ ਲਈ ਅੱਜ ਬਹੁਤ ਕੁਝ ਸਾਡੇ ਕੋਲ ਹੈ। ਜੇ ਆਪਾਂ ਕਹੀਏ ਨਾ ਨੌਲੇਜ ਦੀ ਗੱਲ, ਗਿਆਨ ਦੀ ਗੱਲ, ਇਹ ਤਾਂ ਲਾਇਬ੍ਰੇਰੀਆਂ ਵੀ ਭਰ ਗਈਆਂ ਤੇ ਅਕਲ ਦੇ ਘਰ ਵੀ ਭਰ ਗਏ। ਮਨੁੱਖ ਪੜ੍ਹ ਕੇ ਜਿਹੜਾ ਸਤਿਗੁਰੂ ਦੀ ਬਾਣੀ 'ਚ ਸ਼ਬਦ ਆਉਂਦਾ ਵੀ ਜੇਤਾ ਪੜ੍ਹਿਆ ਤੇਤਾ ਕੜਿਆ, ਬਹੁਤ ਤੀਰਥ ਭਵਿਆ ਤੇਤੋਂ ਲਵਿਆ। ਜਿੰਨੀ ਤੀਰਥਾਂ ਦੀ ਯਾਤਰਾ ਕੀਤੀ ਤੇ ਓਨਾ ਹੀ ਉਸਨੇ ਕਾਂਕਾਂ ਵੀ ਕਰ ਲਈ। ਬੋਲ ਕੇ ਲੋਕਾਂ ਨੂੰ ਕਿਹਾ ਮੈਂ ਉੱਥੇ ਵੀ ਗਿਆ, ਮੈਂ ਉੱਥੇ ਵੀ ਗਿਆ, ਮੈਂ ਉੱਥੇ ਵੀ ਗਿਆ।
ਤੋ ਸਤਿਗੁਰੂ ਅੱਜ ਸਾਡਾ ਮਾਰਗ ਦਰਸ਼ਨ ਕਰਦੇ ਨੇ। ਹਾਂਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਸਾਜਨ ਪੁਰਖ ਸਤਿਗੁਰ ਮੇਰਾ ਪੂਰਾ। ਤਿਸ ਬਿਨ ਅਵਰ ਨ ਜਾਣਾ ਰਾਮ। ਮੇਰਾ ਸਤਿਗੁਰੂ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਕਹਿੰਦੇ ਨੇ ਬੜਾ ਸੱਜਣ ਹੈ ਉਹ ਤਾਂ। ਪਰ ਹੁਣ ਸੱਜਣ ਦੀ ਸਾਨੂੰ ਪਹਿਚਾਣ ਹੋਵੇ, ਪਰਿਭਾਸ਼ਾ ਪਤਾ ਹੋਵੇ, ਸੱਜਣ ਦੇ ਪ੍ਰਤੀ ਸਾਡਾ ਗਿਆਨ ਠੀਕ ਹੋਵੇ, ਜਾਣਕਾਰੀ ਠੀਕ ਹੋਵੇ। ਸੱਜਣ ਕਹਿੰਦੇ ਕਿਹਨੂੰ ਨੇ? ਉਚੇਚੇ ਤੌਰ ਤੇ ਗੁਰੂ ਨਾਨਕ ਸਾਹਿਬ ਤਲੰਬੇ ਪਿੰਡ ਗਏ ਸਨ। ਸਾਨੂੰ ਸੋਝੀ ਦੇਣ ਵਾਸਤੇ ਕਿ ਕਦੇ ਉਸ ਗੁਰੂ ਦੀ ਕਰਨੀ ਨੂੰ ਅਸੀਂ ਧਿਆਨ ਵਿੱਚ ਲੈ ਕੇ ਆਂਦਾ। ਅਸੀਂ ਸਿਰਫ ਗੁਰੂ ਦੀ ਮੂਰਤ ਵਿੱਚ ਉਲਝੇ ਹੋਏ ਹਾਂ। ਕਿਸੇ ਮਸ਼ੱਬਰ ਨੇ ਇਦਾਂ ਦੀ ਬਣਾਤੀ, ਕਿਸੇ ਨੇ ਉਦਾਂ ਦੀ ਬਣਾਤੀ, ਕਿਸੇ ਨੇ ਹੋਰ ਤਰ੍ਹਾਂ ਦੀ ਬਣਾਤੀ, ਕਿਸੇ ਨੇ ਹੋਰ ਤਰ੍ਹਾਂ ਦੀ ਬਣਾਤੀ। ਅਸੀਂ ਕਿਸੇ ਨੂੰ ਕਿਹਾ ਵੀ ਇਹ ਜ਼ਿਆਦਾ ਅਸਲੀ ਲੱਗਦੀ ਹੈ। ਗੁਰ ਮੂਰਤ ਗੁਰ ਸ਼ਬਦ ਹੈ। ਅਸਲੀ ਤਸਵੀਰ ਗੁਰੂ ਦੀ, ਗੁਰੂ ਕੀ ਬਾਣੀ ਹੈ ਭਾਈ। ਐਸਾ ਮਹਾਨ ਸਤਿਗੁਰੂ ਜਿਹੜਾ 70 ਸਾਲ ਦੀ ਆਜੂ ਲੈ ਕੇ ਇਸ ਧਰਤੀ ਤੇ ਆਉਂਦਾ ਹੈ ਔਰ 21 ਸਾਲ ਉਹ ਮਨੁੱਖਤਾ ਨੂੰ, ਮਾਨਵਤਾ ਨੂੰ, ਮਖਲੂਕ ਨੂੰ, ਆਵਾਮ ਨੂੰ ਦਿੰਦਾ ਹੈ, ਸੰਸਾਰ ਨੂੰ ਦਿੰਦਾ ਹੈ ਕਿ ਸੰਸਾਰ ਦੀ ਮੁਕਤੀ ਹੋ ਜਾਏ, ਸੰਸਾਰ ਨੂੰ ਕੋਈ ਮਾਰਗਦਰਸ਼ਨ ਪ੍ਰਾਪਤ ਹੋ ਜਾਏ। ਔਰ ਜਿੱਥੇ ਜਿੱਥੇ ਗੁਰੂ ਜੀ ਗਏ ਨੇ, ਤੁਸੀਂ ਨਾ ਕਈ ਵਾਰੀ ਕਿਤਾਬ ਪੜ੍ਹੋ ਨਾ ਤੇ ਤੁਸੀਂ ਵੇਖਿਆ ਹੋਏਗਾ ਕੁਝ ਸਿੱਖਣ ਵਾਲੇ ਲੋਕ ਜਿਹੜੇ ਹੁੰਦੇ ਨੇ ਉਹ ਇੱਕ ਮਾਰਕਿੰਗ ਵਾਸਤੇ ਇੱਕ ਪੈਨ ਰੱਖਦੇ ਨੇ ਆਪਣੇ ਕੋਲ। ਜਿਹੜੇ ਜਿਹੜੇ ਪੈਰਾਗ੍ਰਾਫ ਚੰਗੇ ਲੱਗਣ, ਪੈਰੇ ਚੰਗੇ ਲੱਗਣ, ਗੱਲਾਂ ਚੰਗੀਆਂ ਲੱਗਣ, ਉਹਦੇ ਉੱਤੇ ਨਾ ਉਹ ਰੰਗ ਵਾਲਾ ਪੈਨ ਲਾ ਕੇ ਨਾ ਨਿਸ਼ਾਨੀ ਲਾ ਲੈਂਦੇ। ਕਈਆਂ ਨੇ ਡਾਇਰੀ ਰੱਖੀ ਹੁੰਦੀ, ਕਾਪੀ ਪੈਨ ਰੱਖਿਆ ਹੁੰਦਾ। ਸਵਾਲ ਇਹ ਨਹੀਂ ਕਿ ਕਿਤਾਬ 400 ਪੇਜ ਦੀ ਹੈ, ਪੰਨਿਆਂ ਦੀ ਹੈ, 500, 600, 1200 ਪੰਨਿਆਂ ਦੀ ਹੈ। ਸਵਾਲ ਇਹ ਵੀ ਉਹਦੇ 'ਚ ਕੀਮਤੀ ਗੱਲਾਂ ਜਿਹੜੀਆਂ ਨੇ ਉਹਦੇ ਵਿੱਚ ਬੇਸ਼ਕੀਮਤੀ ਵਿਚਾਰ ਕਿੰਨੇ ਨੇ। ਕਿ ਕਦੇ ਆਪ ਜੀ ਨੇ ਜਾਣਨ ਦੀ ਕੋਸ਼ਿਸ਼ ਕੀਤੀ ਵੀ ਗੁਰੂ ਨਾਨਕ ਸਾਹਿਬ ਜਿੱਥੇ ਜਿੱਥੇ ਗਏ ਕਿਉਂ ਗਏ? ਉੱਥੇ ਹੀ ਜਾਣ ਦਾ ਵਿਸ਼ੇਸ਼ ਕਾਰਨ ਕੀ ਸੀ? ਵੇਖੋ, ਭੂਮੀਏ ਚੋਰ ਕੋਲੇ ਗਏ, ਇਹਦਾ ਅਰਥ ਕੀ ਹੈ? ਹਰ ਚੋਰ ਕੋਲੇ ਕਿਉਂ ਨਹੀਂ ਗਏ? ਕੀ ਚੋਰ ਕੱਲਾ ਹੀ ਸੀ ਉਸ ਵੇਲੇ ਧਰਤੀ ਤੇ? ਕੱਲੇ ਸਾਜਨ ਠੱਗ ਕੋਲੇ ਕਿਉਂ ਗਏ? ਕਿ ਹੋਰ ਕੋਈ ਠੱਗ ਨਹੀਂ ਸੀ ਉਸ ਵੇਲੇ ਧਰਤੀ ਤੇ? ਕੱਲੇ ਕੌਡੇ ਰਾਖਸ਼ ਕੋਲ ਹੀ ਕਿਉਂ ਗਏ? ਕਿ ਹੋਰ ਕੋਈ ਰਾਖਸ਼ ਨਹੀਂ ਸੀ ਧਰਤੀ ਤੇ? ਉਦੋਂ ਰਾਖਸ਼ ਧਰਤੀ ਤੋਂ ਖਤਮ ਹੋ ਚੁੱਕੇ ਸੀ, ਇੱਕੋ ਬਚਿਆ ਸੀਗਾ? ਨਹੀਂ, ਇਹਦਾ ਕਾਰਨ ਹੈ। ਅੱਜ ਵੀ ਤੁਸੀਂ ਵੇਖੋ, ਕ੍ਰਾਈਮ ਬੜੀ ਦੁਨੀਆ ਕਰਦੀ ਹੈ, ਪਰ ਕ੍ਰਾਈਮ ਦੇ ਵਿੱਚ ਵੀ ਉਹਦਾ ਕੋਈ ਮਾਸਟਰ ਮਾਈਂਡ ਵਿਰਲਾ ਵਿਰਲਾ ਹੀ ਹੁੰਦਾ ਹੈ। ਉਹਦਾ ਸਰਗਣਾ ਜਿਹਨੂੰ ਕਹਿੰਦੇ ਨੇ ਉਹ ਕੋਈ ਵਿਰਲਾ ਵਿਰਲਾ ਹੀ ਹੁੰਦਾ ਹੈ। ਜਿਵੇਂ ਹੁੰਦਾ ਨਾ ਵੀ ਇੱਕ ਤੇ ਬੁਰਾ ਹੁੰਦਾ, ਇੱਕ ਬੁਰੇ ਦੀ ਮਾਂ ਹੁੰਦੀ ਹੈ। ਸੱਚੇ ਪਾਤਸ਼ਾਹ ਸੱਜਣ ਠੱਗ ਕੋਲੇ ਗਏ ਔਰ ਸੱਜਣ ਠੱਗ ਦੇ ਕੋਲ ਜਾ ਕੇ ਜਿਹੜਾ ਸ਼ਬਦ ਉਹਨੂੰ ਸੁਣਾਇਆ, ਉਹ ਸ਼ਬਦ ਹੀ ਇਹ ਸੀਗਾ ਕਿ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਨ। ਪਰ ਅਸੀਂ ਕੁਝ ਨਹੀਂ ਸਿੱਖਿਆ। ਹਾਂ, ਅਸੀਂ ਇੱਕ ਗੱਲ ਸਿੱਖ ਲਈ ਹੈ ਕਿ ਜਿਹਨੂੰ ਧਰਮ ਦੀ ਗਾਲੀ ਦੇਣੀ ਹੋਵੇ, ਧਰਮ ਦੀ ਗਾਲ ਕੱਢਣੀ ਹੋਵੇ, ਉਹਨੂੰ ਕਹਿ ਦਿਓ ਇਹ ਸੱਜਣ ਠੱਗ ਹੈ, ਇਹ ਭੂਮੀਆਂ ਚੋਰ ਹੈ, ਇਹ ਕੌਡਾ ਰਾਖਸ਼ ਹੈ, ਇਹ ਹਰਨਾਕਸ਼ ਹੈ। ਬਸ ਜਿਵੇਂ ਦੁਨਿਆਵੀ ਲੋਕ ਗਾਲਾਂ ਦਿੰਦੇ ਨੇ, ਕੋਈ ਮਾਂ ਦਾ ਲੈ ਕੇ, ਕੋਈ ਨਾਂ ਲੈ ਕੇ, ਕੋਈ ਧੀ ਦਾ, ਕੋਈ ਭੈਣ ਦਾ,
ਲੋਕ ਇਦਾਂ ਗਾਲੀਆਂ ਦਿੰਦੇ ਨੇ, ਆਪਾਂ ਵੀ ਗਾਲਾਂ ਕੱਢਣ ਵਾਸਤੇ ਧਰਮ ਦੇ ਵਿੱਚੋਂ ਸ਼ਬਦ ਕੱਢ ਲੈ। ਕਿਸੇ ਨੂੰ ਠੱਗ ਕਹਿ ਦਿੱਤਾ, ਇਹ ਸੱਜਣ ਠੱਗ ਹੈ ਜੀ, ਇਹ ਭੂਮੀਆਂ ਚੋਰ ਹੈ ਜੀ, ਇਹ ਕੌਡਾ ਰਾਖਸ਼ ਹੈ ਜੀ, ਇਹ ਤੇ ਹਰਨਾਕਸ਼ ਹੈ ਜੀ, ਇਹ ਤੇ ਰਾਵਣ ਹੈ ਜੀ। ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇੰਨੀ ਕੀ ਖੋਜ ਕੀਤੀ ਅਸੀਂ, ਬਸ ਇੰਨੀ ਕੀ ਸਾਡੀ ਪ੍ਰਾਪਤੀ ਹੈ ਵੀ ਅਸੀਂ ਦੁਨੀਆ ਤੋਂ ਵੱਖਰੇ ਹੋ ਕੇ ਅਸੀਂ ਲੜਨ ਵਾਸਤੇ ਆਪਣੇ ਵੱਖਰੇ ਇੰਸਟਰੂਮੈਂਟ ਤਿਆਰ ਕਰ ਲਏ। ਉਹ ਜਿਵੇਂ ਹੁੰਦਾ ਨਾ ਵੀ ਜਿਹੜੇ ਮਿਸਤਰੀ ਲੋਕ ਹੁੰਦੇ ਨੇ, ਉਹਨਾਂ ਦੀਆਂ ਚਾਬੀਆਂ, ਹਥੌੜੀਆਂ, ਪੇਚਕਸ, ਪਲਾਸ, ਉਹਨਾਂ ਦੇ ਵੱਖਰੇ ਔਜ਼ਾਰ ਹੁੰਦੇ ਨੇ। ਦੁਨੀਆਦਾਰਾਂ ਦੇ ਔਜ਼ਾਰ ਵੱਖਰੇ ਨੇ, ਅਸੀਂ ਵੱਖਰੇ ਕੱਢ ਲਏ। ਖਲੋਤੇ ਤਾਂ ਉੱਥੇ ਹੀ ਅਸੀਂ। ਸਾਨੂੰ ਸਮਝਣ ਦੀ ਲੋੜ ਇਹ ਸੀ ਕਿ ਦੁਨੀਆ ਦੇ ਲੋਕੋ ਸੱਜਣ ਨੂੰ ਪਛਾਣੋ, ਤੇ ਗੁਰੂ ਜੀ ਨੇ ਦੱਸਿਆ ਸੀ ਸੱਜਣ ਸੱਚਾ ਪਾਤਸ਼ਾਹ। ਸੱਚੇ ਪਾਤਸ਼ਾਹ ਤੋਂ ਬਿਨਾ ਸੱਜਣ ਕੋਈ ਨਹੀਂ ਹੈ। ਨਾਂ ਰੱਖਣ ਨਾਲ ਸੱਜਣ ਕੀ ਫਰਕ ਪੈਂਦਾ? ਤੁਸੀਂ ਕਿਸੇ ਨੂੰ ਕਹਿ ਦਿਓ ਮੇਰਾ ਸੱਜਣ ਹੈ, ਗੱਲੀ ਸੋ ਸੱਜਣ 20 ਦੇ ਅਰਥ ਤਾਂ ਆਉਂਦੇ ਨੇ ਨਾ, 18 19 20 ਗਿਣਤੀ ਹੈ। ਗੱਲੀ ਸੋ ਸੱਜਣ 20, ਇੱਕ ਢੁੱਡੇਂਦੀ ਨਾ ਲਹਾਂ। ਪਰ ਜੇ ਕਿਤੇ ਲੋੜ ਪੈ ਗਈ, ਕਿਤੇ ਕਿਹਾ ਵੀ ਵੀਰ ਮੈਨੂੰ ਖੂਨ ਦੀ ਲੋੜ ਹੈ, ਉਹਨੇ ਕਹਿਣਾ ਨਹੀਂ ਵੀਰ ਜੀ ਮੈਨੂੰ ਤੇ ਪਹਿਲਾਂ ਹੀ ਸ਼ੂਗਰ ਹੈ, ਤੁਹਾਨੂੰ ਬਲੱਡ ਦੀ ਬੋਤਲ ਦੇਣ ਕੋਈ ਨਹੀਂ ਆਏਗਾ। ਤੁਸੀਂ ਕਹਿ ਦਿਓ ਪੈਸਿਆਂ ਦੀ ਲੋੜ ਹੈ, ਉਹ ਕਹੇਗਾ ਨਹੀਂ ਮੇਰੇ ਤੇ ਖਾਤੇ ਪਹਿਲਾਂ ਹੀ ਖਾਲੀ ਨੇ। ਸਤਿਗੁਰੂ ਨੇ ਬਾਣੀ 'ਚ ਦੱਸਿਆ ਇਹ ਸੰਸਾਰੇ ਕੇ ਕੁਟੰਬ ਜੋ ਮਿੱਤਰ ਭਾਈ ਦੀਸੈ ਮਨ ਮੇਰੇ ਤੇ ਸਭ ਆਪਣੇ ਸੁਆਏ ਮਲਾਸਾ। ਇਹ ਸਵਾਰਥੀ ਟੋਲਾ ਹੈ, ਇੱਕ ਮਤਲਬੀ ਇੱਕ ਕੁਟੁੰਬ ਹੈ। ਜਿੰਨਾ ਚਿਰ ਤੁਸੀਂ ਇਹਨਾਂ ਦੇ ਕੰਮ ਕਰਦੇ ਰਹੋਗੇ ਇਹ ਭਾਜੀ ਦਾ ਇਹ ਜਾਪ ਕਰਦੇ ਰਹਿਣਗੇ। ਕਦੇ ਜਵਾਬ ਦੇ ਕੇ ਵੇਖਿਓ ਨਾ ਵੀ ਨਹੀਂ ਜੀ ਆਹ ਕੰਮ ਤੇ ਮੁਸ਼ਕਲ ਹੈ। ਹਾਂ ਹੁਣ ਵੱਡਾ ਬੰਦਾ ਹੋ ਗਿਆ, ਪਤਾ ਨਹੀਂ ਕੀ ਤੁਹਾਨੂੰ ਉਹ ਫਤਵੇ ਦੇਣਗੇ, ਕਿਹੜੇ ਸ਼ਬਦ ਤੁਹਾਡੇ ਵਾਸਤੇ ਉਹਨਾਂ ਨੇ ਸੰਭਾਲ ਕੇ ਰੱਖੇ ਹੋਏ ਨੇ। ਅੱਜ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਕਹਿੰਦੇ ਨੇ ਸੰਸਾਰ ਦੇ ਲੋਕੋ ਸਾਜਨ ਪੁਰਖ ਸਤਗੁਰ ਮੇਰਾ ਪੂਰਾ। ਮੇਰਾ ਸਤਿਗੁਰੂ ਪੂਰਾ ਸਤਿਗੁਰੂ ਹੈ। ਮੇਰਾ ਸਤਿਗੁਰੂ ਸੱਜਣ ਹੈ, ਉਹ ਪੁਰਖ ਹੈ। ਤਿਸ ਬਿਨ ਅਵਰ ਨਾ ਜਾਣਾ ਰਾਮ, ਮੈਂ ਇਸ ਤੋਂ ਬਿਨਾ ਕਿਸੇ ਨੂੰ ਨਹੀਂ ਜਾਣਦਾ। ਪਰ ਸਾਡੀ ਤੇ ਇੰਟਰੋਡਕਸ਼ਨ ਹੀ ਇੰਨੀ ਜ਼ਿਆਦੀ ਹੈ। ਸਾਨੂੰ ਪੁੱਛ ਕੇ ਵੇਖੋ ਸ਼ਰਾਬ ਕਿੱਥੇ ਚੜ੍ਹਦੀ ਹੈ, ਮੌਲੀਆਂ ਕਿੱਥੇ ਬੰਨੀ ਦੀਆਂ ਨੇ, ਨਾਰੀਅਲ ਕਿੱਥੇ ਚੜਾਈ ਦੇ ਨੇ। ਸਾਨੂੰ ਪੁੱਛ ਕੇ ਵੇਖੋ ਨਾ, ਕਿਹੜੀ ਨੌਲੇਜ ਨਹੀਂ ਸਾਨੂੰ, ਕਿਹੜਾ ਗਿਆਨ ਨਹੀਂ ਹੈ। ਪਰ ਇਹ ਗਿਆਨ ਠੀਕ ਨਹੀਂ ਹੈ, ਜਿਹੜਾ ਸਾਡੇ ਕੋਲ ਹੈ ਉਹ ਠੀਕ ਨਹੀਂ ਹੈ, ਉਹ ਠੀਕ ਨਹੀਂ ਹੈ। ਅਸਲ ਗਿਆਨ ਜਿਹੜਾ ਹੋਣਾ ਚਾਹੀਦਾ ਸੀ ਉਹ ਸਾਡੇ ਕੋਲ ਹੈ ਨਹੀਂ ਹੈ। ਗੁਰੂ ਅਰਜਨ ਦੇਵ ਪਿਤਾ ਮਹਾਰਾਜ ਕਹਿੰਦੇ ਨੇ ਸੱਜਣ ਪੁਰਖ ਕੇਵਲ ਤੇ ਕੇਵਲ ਸਤਿਗੁਰੂ ਹੈ। ਮੇਰਾ ਸਤਿਗੁਰੂ ਪੂਰਾ ਸਤਿਗੁਰੂ। ਅਗਲੀ ਗੱਲ ਸਤਿਗੁਰੂ ਕਹਿੰਦੇ ਨੇ ਤਿਸ ਬਿਨ ਅਵਰ ਨਾ ਜਾਣਾ ਰਾਮ, ਮੈਂ ਜਾਣਦਾ ਹੀ ਨਹੀਂ ਕਿਸੇ ਨੂੰ। ਪੜੋ ਗੁਰੂ ਕਲਗੀਧਰ ਪਿਤਾ ਦੇ ਬਚਨੋਂ, ਕਹਿੰਦੇ ਕਿਸ਼ਨ ਬਿਸ਼ਨ ਕਬਹੂ ਨਾ ਧਿਆਓ। ਫਿਰ ਕਿਵੇਂ? ਕਹਿੰਦੇ ਕਾਨ ਸੁਣੇ ਪਹਿਚਾਨ ਨਾ ਤੋਸੋ। ਹਾਂ ਸੁਣਿਆ ਕੰਨਾਂ ਨਾਲ, ਵੱਖਰੇ ਵੱਖਰੇ ਯੁੱਗਾਂ ਦੇ ਅਵਤਾਰ ਹੋਏ ਨੇ, ਮੁਬਾਰਕ ਹੈ। ਪਰ ਮੈਂ ਨਹੀਂ ਸਿਮਰਦਾ, ਮੈਂ ਨਹੀਂ ਯਾਦ ਕਰਦਾ। ਇਹਦਾ ਅਰਥ ਨਹੀਂ ਹੁੰਦਾ ਕਿ ਆਪਾਂ ਕਿਸੇ ਦੂਜੇ ਦੇ ਧਰਮ ਨੂੰ ਛੁਟਿਆਉਣ ਦੀ ਕੋਸ਼ਿਸ਼ ਕਰਨੀ ਹੈ। ਆਪਾਂ ਨੂੰ ਲੋੜ ਆਪਣੇ ਧਰਮ ਨੂੰ ਸੰਭਾਲਣ ਦੀ ਹੈ। ਮੈਂ ਤਾਂ ਰੋਜ਼ ਬੇਨਤੀ ਕਰਦਾ, ਬਗਲਾ ਸਾਹਿਬ ਬੈਠ ਕੇ, ਪੜ੍ਹਾਈ ਤੁਹਾਡੇ ਬੱਚੇ ਨੇ ਆਪਣੀ ਕੀਤੀ, ਸਾਰਾ ਪਿੰਡ ਕਹਿੰਦਾ ਉਹਨਾਂ ਦਾ ਬੱਚਾ ਬੜਾ ਚੰਗਾ ਹੈ।
ਅੱਗੋਂ ਨੇ ਨੌਕਰੀ ਕੀਤੀ, ਕਮਾਈ ਕੀਤੀ, ਕਮਾਈ ਉਹਨੇ ਆਪਣੀ ਕੀਤੀ, ਸਾਰਾ ਪਿੰਡ ਕਹਿੰਦਾ ਉਹਨਾਂ ਦਾ ਬੱਚਾ ਬੜਾ ਲਾਇਕ ਹੈ। ਪੁੱਛੋ ਵੀ ਤੁਹਾਨੂੰ ਚਾਕਲੇਟ ਦਿੰਦਾ ਹੈ? ਤੁਹਾਨੂੰ ਕੋਈ 2-2 4-4 ਕੇਲੇ ਸੇਬ ਘੱਲਦਾ ਹੈ? ਨਹੀਂ। ਫਿਰ ਇੱਕ ਬੱਚਾ ਐਸਾ ਵੀ ਹੈ, ਉਹ ਸ਼ਰਾਬ ਪੀਂਦਾ ਹੈ, ਨਸ਼ੇ ਕਰਦਾ ਹੈ, ਘਰ ਕੁੱਟਮਾਰ ਕਰਦਾ ਹੈ, ਘਰ ਦੀਆਂ ਚੀਜ਼ਾਂ ਵੇਚ ਆਉਂਦਾ ਹੈ, ਸਾਰਾ ਪਿੰਡ ਉਹਨਾਂ ਦਾ ਤੇ ਜੀ ਬੱਚਾ ਬੜਾ ਹੀ ਮਾੜਾ ਹੈ। ਪੁੱਛੋ ਵੀ ਤੁਹਾਡੇ ਭਾਂਡੇ ਵੇਚਦਾ ਹੈ? ਨਹੀਂ ਜੀ। ਤੁਹਾਡੀ ਮਾਂ ਨੂੰ, ਤੁਹਾਡੇ ਪਿਤਾ ਨੂੰ, ਤੁਹਾਡੇ ਕਿਸੇ ਭੈਣ ਭਰਾ ਨੂੰ ਆ ਕੇ ਕੋਈ ਮਾੜਾ ਬੋਲਦਾ ਹੈ? ਨਹੀਂ ਜੀ। ਫਿਰ ਦੱਸੋ, ਜੋ ਤੁਹਾਡਾ ਕੁਝ ਨਹੀਂ ਵਿਗਾੜਦਾ ਤੇ ਤੁਸੀਂ ਕਿਸੇ ਦੇ ਬੱਚੇ ਦੇ ਮਗਰ ਹੱਥ ਧੋ ਕੇ ਕਿਉਂ ਪੈ ਗਏ ਹੋ? ਨਹੀਂ, ਇਹ ਕੁਦਰਤ ਦਾ ਇੱਕ ਨਿਯਮ ਹੈ, ਇਹ ਕੁਦਰਤ ਦਾ ਇੱਕ ਨਿਯਮ ਹੈ। ਆਪੇ ਆਪ ਨੂੰ ਸਵਾਰੋਗੇ, ਦੁਨੀਆ ਚੰਗਾ ਕਵੇਗੀ, ਆਪੇ ਨੂੰ ਵਿਗਾੜੋਗੇ, ਦੁਨੀਆ ਤੁਹਾਨੂੰ ਮਾੜਾ ਕਵੇਗੀ। ਲੈਣਾ ਦੇਣਾ ਕਿਸੇ ਨੇ ਕੁਝ ਨਹੀਂ ਹੈ। ਚੰਗਾ ਕਿਸੇ ਨੂੰ ਦਿੰਦਾ ਕੋਈ ਨਹੀਂ, ਮਾੜਾ ਕਿਸੇ ਦਾ ਵਿਗਾੜਦਾ ਕੁਝ ਨਹੀਂ। ਮਾੜਾ ਵਿਗਾੜਦਾ ਤੇ ਆਪਣਾ ਵਿਗਾੜਦਾ, ਚੰਗਾ ਸਵਾਰਦਾ ਤੇ ਆਪਣਾ ਸਵਾਰਦਾ। ਤੁਸੀਂ ਆਪਣਾ ਆਪ ਸਵਾਰਨਾ ਸੀ। ਜਦੋਂ ਤੁਸੀਂ ਆਪਣਾ ਆਪ ਸਵਾਰੋਗੇ ਤਾਂ ਸੱਚੇ ਮਾਰਗ ਚੱਲਦੇ ਆ, ਉਸਤਤ ਕਰੇ ਜਹਾਨ, ਦੁਨੀਆ ਤੁਹਾਡੀ ਸ਼ੋਭਾ ਕਰੇਗੀ, ਦੁਨੀਆ ਤੁਹਾਡਾ ਮਾਣ ਕਰੇਗੀ ਭਾਈ। ਸੋ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਕਹਿੰਦੇ ਨੇ, ਮੇਰਾ ਸਤਿਗੁਰੂ ਸੱਜਣ ਹੈ, ਪੂਰਾ ਹੈ, ਮੈਂ ਆਪਣੇ ਗੁਰੂ ਤੋਂ ਬਿਨਾ ਕਿਸੇ ਨੂੰ ਨਹੀਂ ਜਾਣਦਾ। ਹੋਣਗੇ ਦੁਨੀਆ ਵਿੱਚ, ਆਪਾਂ ਕਿਉਂ ਕਹੀਏ ਨਹੀਂ ਹੈਗੇ ਜੀ, ਹੋਣਗੇ। ਬੜੇ ਬੜੇ ਅਵਤਾਰੀ ਪੁਰਖ ਵੀ ਹੋਣਗੇ, ਪੈਗੰਬਰੀ ਪੁਰਖ ਵੀ ਹੋਣਗੇ, ਪਰ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਕਹਿੰਦੇ, ਭਾਈ ਮੈਂ ਤੇ ਆਪਣੇ ਗੁਰੂ ਨੂੰ ਜਾਣਦਾ, ਗੁਰੂ ਮੇਰਾ ਪੂਰਾ ਹੈ, ਗੁਰੂ ਮੇਰਾ ਸੱਜਣ ਹੈ। ਹਾਂਜੀ। ਮਾਤ ਪਿਤਾ ਭਾਈ ਸੁਤ ਬੰਦਪ, ਜੀ ਪ੍ਰਾਨ ਮਨ ਭਾਣਾ ਰਾਮ। ਗੁਰੂ ਮੇਰੇ ਵਾਸਤੇ ਇੰਨਾ ਪਿਆਰਾ ਹੈ, ਜਿਵੇਂ ਮਾਂ ਪਿਆਰੀ ਹੈ, ਜਿਵੇਂ ਪਿਤਾ ਪਿਆਰਾ ਹੈ, ਜਿਵੇਂ ਭਰਾ ਪਿਆਰਾ ਹੈ, ਜਿਵੇਂ ਪੁੱਤਰ ਪਿਆਰਾ ਹੈ, ਜਿਵੇਂ ਰਿਸ਼ਤੇਦਾਰ ਪਿਆਰੇ ਨੇ, ਜਿਵੇਂ ਮੈਨੂੰ ਆਪਣੇ ਸਵਾਸ ਪਿਆਰੇ ਨੇ। ਮੈਂ ਆਪਣੇ ਗੁਰੂ ਨੂੰ ਇੰਨਾ ਪਿਆਰ ਕਰਦਾ, ਇਸ ਕਦਰ ਮੈਂ ਆਪਣੇ ਗੁਰੂ ਨੂੰ ਦੇ ਨਾਲ ਮੈਂ ਆਪਣੀ ਸਾਂਝ ਬਣਾਈ ਹੈ। ਹਾਂਜੀ। ਜੀਉ ਪਿੰਡ ਸਭ ਤਿਸ ਕਾ ਦੀਆ, ਸਰਬ ਗੁਣਾ ਪਰ ਪੂਰੇ। ਮੈਨੂੰ ਗੁਰੂ ਨੇ ਦੱਸਿਆ ਕਿ ਬੰਦਿਆ, ਇਹ ਜਿੰਦ ਤੇ ਸਰੀਰ ਜੀਉ ਪਾਏ ਪਿੰਡ ਜਿਨ ਸਾਜਿਆ, ਇਹ ਉਸ ਵਾਹਿਗੁਰੂ ਦੀ ਕਰਾਮਾਤ ਹੈ। ਉਹ ਪਰਮਾਤਮਾ ਜਿਹੜਾ ਹੈ, ਉਹ ਸਾਰੇ ਗੁਣਾਂ ਵਿੱਚ ਭਰਪੂਰ ਹੈ। ਜਿੰਨੀਆਂ ਚੰਗਿਆਈਆਂ ਨੇ ਧਰਤੀ ਤੇ, ਉਹ ਸਾਰੀਆਂ ਰੱਬ ਦੀਆਂ ਨੇ। ਹਾਂਜੀ। ਅੰਤਰਜਾਮੀ ਸੋ ਪ੍ਰਭ ਮੇਰਾ, ਸਰਬ ਰਹਿਆ ਪਰ ਪੂਰੇ। ਗੁਰੂ ਨੇ ਦੱਸਿਆ ਹੈ ਵੀ ਪਰਮਾਤਮਾ ਅੰਤਰਜਾਮੀ ਹੈ। ਜਿਹੜਾ ਅੰਤਰਜਾਮੀ ਹੈ, ਕਹਿੰਦੇ ਉਹ ਮੇਰਾ ਪ੍ਰਭੂ ਹੈ, ਉਹ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ। ਮੈਨੂੰ ਇੱਕ ਸੱਜਣ ਨੇ ਕੱਲ ਟੈਲੀਫੋਨ ਕੀਤਾ, ਕਹਿੰਦਾ ਗਿਆਨੀ ਜੀ, ਦੋ ਗੱਲਾਂ ਨੇ। ਇੱਕ ਹੈ ਕਿ ਜੀ ਕੀ ਬਿਰਥਾ ਹੋਏ, ਸੋ ਗੁਰ ਪੈ ਅਰਦਾਸ ਕਰ। ਦੂਜੀ ਹੈ ਕਿ ਬਿਨ ਬੋਲਿਆ ਸਭ ਕੁਝ ਜਾਣਦਾ। ਕਹਿੰਦਾ ਜੀ ਮੈਂ ਬੜਾ ਕਨਫਿਊਜ਼ ਆ, ਮੈਂ ਇਹਦੇ ਵਿੱਚ ਗਵਾਚ ਗਿਆ ਵੀ ਕੀ ਅਰਦਾਸ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ। ਮੈਂ ਕਿਹਾ ਭਾਈ ਗੱਲ ਸਿੱਧੀ ਹੈ, ਹੁਣ ਤੂੰ ਦੱਸ, ਜੇ ਤੇ ਤੂੰ ਸਮਝਦਾ ਹੈ ਵੀ ਰੱਬ ਅੰਤਰਜਾਮੀ ਹੈ ਤਾਂ ਲੋੜ ਕੋਈ ਨਹੀਂ। ਦੋਨੋਂ ਗੱਲਾਂ ਨੇ, ਤੈਨੂੰ ਰੱਬ ਨੇ ਦੋਨੋਂ ਆਪਸ਼ਨ ਦਿੱਤੀਆਂ ਨੇ। ਜੇ ਤੂੰ ਮੰਨਦਾ ਹੈ ਕਿ ਬਿਨ ਬੋਲਿਆ ਸਭ ਕੁਝ ਜਾਣਦਾ, ਤੇ ਲੋੜ ਹੀ ਨਹੀਂ ਅਰਦਾਸ ਕਰਨ ਦੀ, ਬੇਨਤੀ ਕਰਨ ਦੀ ਲੋੜ ਹੀ ਨਹੀਂ। ਜਾ ਕੇ ਮੱਥਾ ਟੇਕ, ਹੱਥ ਜੋੜ, ਸੰਗਤ ਵਿੱਚ ਬੈਠ, ਉਹਦੀ ਇਬਾਦਤ ਕਰ। ਪਰ ਜੇ ਤੂੰ ਸੋਚਦਾ ਹੈ ਕਿ ਨਹੀਂ, ਮੈਨੂੰ ਘਰ ਚਾਹੀਦਾ ਹੈ, ਮੈਨੂੰ ਪੁੱਤਰ ਚਾਹੀਦਾ ਹੈ, ਮੈਨੂੰ ਸਿਹਤ ਚਾਹੀਦੀ ਹੈ, ਮੈਨੂੰ ਗੁਰੂ ਨਾਲ ਪਿਆਰ ਚਾਹੀਦਾ ਹੈ, ਮੈਨੂੰ ਅੰਮ੍ਰਿਤ ਚਾਹੀਦਾ ਹੈ, ਤੇ ਫਿਰ ਅਰਦਾਸ ਕਰ ਲੈ। ਅਰਦਾਸ ਦਾ ਅਰਥ ਕੀ ਹੈ? ਅਰਜ ਦਸਤ,
दो हाथ जोड़ के बेनती करनी भी जे तेरी कोई रिक्वायरमेंट है ते अरदास कर ले, वो भी हक हैगा तेरे कोले। ते जे तू ये अगली गल महसूस करदा, उस तो अगली गल भी मैं तां दसां जे वाहिगुरू नूं ना पता होवे ते फिर ना कर। तुहानूं इहो जिहा धर्म किते मिलेगा? दोवें गल्लां ने। जदों तुहाडी अवस्था उच्ची हो जाएगी, तुहाडी अरदास छोटी हो जाएगी। ये चेता रखना। पता है तुहानूं जिन्ना वड्डा बंदा हुंदा है उन्ना एड्रैस छोटा हुंदा है। ये गल लिख लो, लिखनी है तो वड्डे बंदे दा एड्रैस बड़ा छोटा हुंदा है। DC अमृतसर लिख दिओ, बस चिट्ठी पहुंच जाएगी। ते जिन्ना आदमी छोटा होवे उन्ना ही उहदा एड्रैस लंबा हुंदा है। प्यो दा नाम भी लिखना पैना है, महल्ले दा नाम भी लिखना पैना है, फिर यह भी लिखना पैना है नीयर की है, ऑपोजिट की है, गली नंबर भी लिखना पैना है, मकान का नंबर भी लिखना पैना है। जिन्ना आदमी छोटा होएगा उन्ना एड्रैस वड्डा होएगा, जिन्ना आदमी वड्डा होएगा उन्ना एड्रैस छोटा होएगा। अगली गल, जिन्नी सुरती वड्डी होएगी उन्नी अरदास छोटी हो जाएगी। इको ही गल कहोगे जदों आओगे बाबे दे अगे, दाता तेरा शुक्र है, बस ये हाथ खुलणगे ही नहीं। शुक्र की कोई व्याख्या ही नहीं है। तू मैनू मां बाप देते, तियां पुत्र देते, तंदुरुस्ती दी, मान पदवी दी, धन दौलत दी, सज्जन मित्र चंगे दिते, मैनू चंगे भैन भरा दिते। एक गल विच शुक्र है। जिवें जिवें सुरती वड्डी हुंदी जाएगी अरदास छोटी हुंदी जाएगी। ते जिवें जिवें सुरती छोटी है पता नहीं किड्डी क लंबी अरदास होएगी। कई तो अद्धा घेड़ा हटदे ही नहीं, वो तो दूजिਆਂ ਨੂੰ मत्था भी नहीं टेकण देंदे। वो तो इवें ही हुंदा जिवें अफसर दे बाहर बंदा खलो के कवे नहीं जी हुणे बस सारे काम करके दिओ मैनू। तां धर्म दा पाठ कुछ होर है, धर्म दी दुनिया कुछ होर है, धर्म दा घर किते होर है। जदों तुसी इस रस्ते ते तुरोगे तुहाडे कोल दोनों हक ने, मंग भी सकदे हो तुसी। दोस्तों अगली अवस्था में जदों चले जाओगे फिर तुहानू मंगण दी लोड़ भी नहीं पवेगी। जो तुहाडा मन ये मानदा है कि नहीं मैं क्या मांगो कि स्थिर ना रहाई, फिर जी की बिरथा जिहड़ी है वो पीछे रह जाएगी, उहदी अगली अवस्था आ जाएगी। सतगुरु महाराज इत्थे समझाउंदे ने कि अंतरजामी सो प्रभ मेरा सर्ब रिहा भरपूरे। मैनू गुरु ने दस दिता है वो अंतरजामी है, वो जरे जरे विच व्यापक है, थां थां ते मौजूद है। जिवें आपां किते जाना होवे तां आपां कहने भाजी उत्थे कोई बंदा है, धर्मी आदमी नूं पुछण दी लोड़ नहीं है। वो कहंदा है कि तू सबनी थाई जिथे हो जाई। भगत प्रहलाद की कथा ही सिर्फ इन्नी है। बाप कहंदा है मैं तेनों पहाड़ तो सुट के मार देंगा, कहंदा बापू नहीं मार सकदा, तू तो सुटेगा, वो बचाउण वाला थले बैठा है। वो कहंदा मैं तेनों पानी च डोब के मार देंगा, कहंदा पानी विच भी वो है। कहंदा तेनों अग विच साड़ के मार देंगा, कहंदा अग विच भी वो है। भगत प्रहलाद की कथा यह है कि भगत प्रहलाद ने सफल जन्म हर जन का उपजिया, जिन कीनो सौत विदाता। हरनाकश कहंदा सी रब नहीं हैगा, भगत प्रहलाद कहंदा सी हैगा ही नहीं, वो बापू सारियां थावां ते है। बस इन्नी कथा है। वो कहंदा सी नहीं हैगा मैं ही मैं आ, ते पुत कहंदा सी नहीं बापू तू नहीं है ना, परमात्मा ही परमात्मा है, सारियां थावां ते है। हाँ जी। ताकि शरण सर्ब सुख पाए होई सर्ब कल्याणा। उस परमात्मा की शरण विच जावांगे सुख मिलेगा, सर्व कल्याणता होवेगी। हाँ जी। सदा सदा प्रभ को बलिहारा नानक सद कुर्बाना। गुरु अर्जन देव पिता वड्डे सतगुरां दा नाम दर्ज करते ने, नानक सद कुर्बाना, कि मैं दास नानक
ਉਸ ਪ੍ਰਮਾਤਮਾ ਤੋਂ ਸਦਾ ਕੁਰਬਾਨ ਜਾਣਾ, ਕਿਉਂਕਿ ਸਦਾ ਸਦਾ ਪ੍ਰਭ ਕੋ ਬਲਿਹਾਰੇ। ਇਹੋ ਜਿਹਾ ਸੱਜਣ, ਇਹੋ ਜਿਹਾ ਪ੍ਰਮਾਤਮਾ ਜਿਹੜਾ ਅੰਤਰਜਾਮੀ ਹੈ, ਜਿਹੜਾ ਹਰ ਜਗ੍ਹਾ ਤੇ ਮੌਜੂਦ ਹੈ, ਜਿਹੜਾ ਬਿਨਾਂ ਬੋਲਿਆਂ ਤੋਂ ਵੀ ਸਭ ਕੁਝ ਜਾਣਦਾ ਹੈ, ਜਿਹਨੂੰ ਭਲੇ ਬੁਰੇ ਦੀ ਹਰ ਪੀੜਾ ਦਾ ਪਤਾ ਹੈ, ਕਹਿੰਦੇ ਮੈਂ ਤਾਂ ਉਹਦੇ ਤੋਂ ਸਦਕੇ ਜਾਣਾ ਭਾਈ। ਐਸਾ ਗੁਰ ਵਡ ਭਾਗੀ ਪਾਈਐ, ਜਿਤ ਮਿਲੈ ਪ੍ਰਭ ਜਾਪੈ ਰਾਮ। ਇਹੋ ਜਿਹਾ ਗੁਰੂ ਵੱਡੇ ਭਾਗਾਂ ਨਾਲ ਮਿਲੇਗਾ ਤੁਹਾਨੂੰ। ਨਹੀਂ ਤਾਂ ਪਖੰਡੀ ਮਿਲਣਗੇ, ਕਰਮਕਾਂਡੀ ਮਿਲਣਗੇ, ਤਾਂਤਰਿਕ ਮਿਲਣਗੇ, ਤੁਹਾਨੂੰ ਜੋਤਸ਼ੀ ਮਿਲ ਜਾਣਗੇ, ਤੁਹਾਨੂੰ ਭੁਲਾਉਣ ਵਾਲੇ ਮਿਲ ਜਾਣਗੇ, ਪਰ ਭੁੱਲਿਆਂ ਨੂੰ ਸਿੱਧੇ ਰਸਤੇ ਪਾਉਣ ਵਾਲੇ ਨਹੀਂ ਮਿਲਣਗੇ। ਬਹੁਤ ਵੱਡੀ ਖੁਸ਼ਕਿਸਮਤੀ ਹੋਵੇਗੀ ਤੇ ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਦ ਮਿਟੇ ਹਰ ਸੇਵਾ। ਐਸਾ ਗੁਰ ਵੱਡ ਭਾਗੀ ਪਾਈਐ, ਜਿਤ ਮਿਲਿਆ ਪ੍ਰਭ ਜਾਪੇ ਰਾਮ। ਐਸਾ ਗੁਰ ਵੱਡ ਭਾਗੀ ਪਾਇਆ, ਇਹ ਤਾਂ ਵੱਡੀ ਖੁਸ਼ਕਿਸਮਤੀ ਹੋਏਗੀ। ਜਿਵੇਂ ਤੁਸੀਂ ਨਿੱਕੀ ਨਿੱਕੀ ਚੀਜ਼ ਤੇ ਕਹਿੰਦੇ ਹੋ ਨਾ, ਇਹ ਮੇਰਾ ਲੱਕ ਸੀ, ਇਹ ਮੇਰੇ ਸਟਾਰ ਸਨ, ਇਹ ਮੇਰੀ ਖੁਸ਼ਕਿਸਮਤੀ ਸੀ ਕਿ ਆਹ ਚੀਜ਼ ਮੈਨੂੰ ਸਸਤੀ ਮਿਲ ਗਈ, ਵਧੀਆ ਮਿਲ ਗਈ, ਟਾਈਮ ਨਾਲ ਮਿਲ ਗਈ। ਜਿੱਦਣ ਬਹੁਤ ਵੱਡੀ ਖੁਸ਼ਕਿਸਮਤੀ ਹੋਏਗੀ, ਉਦੋਂ ਤੁਹਾਨੂੰ ਗੁਰੂ ਮਿਲ ਜਾਏਗਾ। ਹਾਂਜੀ। ਜਨਮ ਜਨਮ ਕੀ ਕਿਲ ਵਿਖ ਉਤਰਹਿ, ਹਰ ਸੰਤ ਧੂੜੀ ਨਿਤ ਨਾਪੈ ਰਾਮ। ਜਿਸ ਗੁਰੂ ਦੀ ਕਿਰਪਾ ਨਾਲ ਜਨਮਾਂ ਜਨਮਾਂਤਰਾਂ ਦੇ ਪਾਪ ਉਤਰ ਗਏ, ਜਿਹਦੀ ਕਿਰਪਾ ਦੇ ਨਾਲ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜੀ ਪ੍ਰਾਪਤ ਹੋਈ। ਹਰ ਧੂੜੀ ਨਹਾਈਐ, ਪ੍ਰਭੂ ਧਿਆਈਐ, ਬਾਹੁੜ ਜੋਨ ਨਾ ਆਈਐ। ਉਸ ਪਰਮੇਸ਼ਰ ਪਰਮਾਤਮਾ ਦੇ ਧੂੜੀ ਦੇ ਵਿੱਚ ਇਸ਼ਨਾਨ ਕਰਨਾ ਚਾਹੀਦਾ, ਉਸ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ। ਕਦੇ ਮੁੜ ਕੇ ਜਨਮਾਂ ਜਨਮਾਂਤਰਾਂ ਦੇ ਗੇੜ ਨਹੀਂ ਪੈਂਦੇ। ਇਹ ਗੱਲ ਮੈਨੂੰ ਗੁਰੂ ਨੇ ਸਮਝਾਈ ਹੈ ਕਿ ਐਵੇਂ ਨਾ ਲੋਕਾਂ ਦੀਆਂ ਸੁਆਹ ਦੀਆਂ ਪੁੜੀਆਂ ਲੈ ਕੇ ਪਾਣੀ 'ਚ ਪਾ ਪਾ ਕੇ ਨਹਾਈ ਜਾਵੀਂ। ਜੇ ਨਹਾਉਣਾ ਹੈ ਤੇ ਹਰੀ ਦੀ ਧੂੜੀ ਵਿੱਚ ਨਹਾਉਣਾ ਹੈ, ਪਰਮੇਸ਼ਰ ਪਰਮਾਤਮਾ ਦੀ ਚਰਨ ਧੂੜ ਵਿੱਚ ਇਸ਼ਨਾਨ ਕਰਨਾ ਹੈ। ਹਾਂਜੀ। ਗੁਰ ਚਰਨੀ ਲਾਗੇ, ਭ੍ਰਮ ਭਉ ਭਾਗੇ, ਮਨ ਚਿੰਦਿਆ ਫਲ ਪਾਈਆ। ਜਦੋਂ ਗੁਰੂ ਦੇ ਚਰਨਾਂ ਨਾਲ ਲੱਗੋਗੇ ਤਾਂ ਫਿਰ ਪ੍ਰਭੂ ਦੀ ਕਿਰਪਾ ਹੋ ਜਾਏਗੀ, ਭਰਮ ਚਲੇ ਜਾਣਗੇ, ਡਰ ਚਲੇ ਜਾਣਗੇ, ਮਨ ਇੱਛਤ ਫਲਾਂ ਦੀ ਪ੍ਰਾਪਤੀ ਵੀ ਹੋ ਜਾਏਗੀ, ਜੋ ਤੁਸੀਂ ਚਾਹੁੰਦੇ ਹੋ। ਕਈ ਵਾਰੀ ਤੁਹਾਡੇ ਨਾਲ ਇਹ ਵਾਪਰਿਆ ਹੋਏਗਾ ਵੀ ਅੱਜ ਤੇ ਕਮਾਲ ਹੀ ਹੋ ਗਈ, ਮੇਰੇ ਮਨ ਵਿੱਚ ਫੁਰਨਾ ਆਇਆ ਤੇ ਚੀਜ਼ ਮਿਲ ਗਈ। ਅਸਲ ਉਧਰ ਤੁਸੀਂ ਕਿਤੇ ਰੱਬ ਦੇ ਬਹੁਤ ਨੇੜੇ ਸੀਗੇ, ਕਿਤੇ ਮਨ ਦੀ ਅਵਸਥਾ ਐਸੀ ਬਣੀ ਹੋਣੀ ਹੈ ਤੇ ਪ੍ਰਮਾਤਮਾ ਨੇ, ਕਿਉਂਕਿ ਉਹਦੇ ਘਰ ਵਿੱਚ ਕਹਿੰਦੇ ਨੇ ਦੇਰ ਹੈ ਅੰਧੇਰ ਨਹੀਂ ਹੈ, ਪਰ ਇਹ ਵੀ ਮੈਂ ਸਮਝਦਾ ਵੀ ਇਹ ਅਣਸੁਣੀਆਂ ਗੱਲਾਂ ਨੇ। ਰੱਬ ਕੌਣ ਹੈ ਜਿਹਦੇ ਘਰ ਵਿੱਚ ਨਾ ਦੇਰ ਹੈ ਤੇ ਨਾ ਅੰਧੇਰ ਹੈ। ਬਲਿਹਾਰੀ ਗੁਰ ਆਪਣੇ, ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ। ਸੱਜਣ ਠੱਗ ਨੂੰ ਸੱਜਣ ਬਣਾਉਂਦੇ ਆ, ਭੂਮੀਏ ਚੌਰ ਨੂੰ ਪ੍ਰਚਾਰਕ ਬਣਾਉਂਦੇ ਆ, ਕੌਡੇ ਰਾਖਸ਼ ਨੂੰ ਪ੍ਰਚਾਰਕ ਬਣਾਉਂਦੇ ਆ, ਬੰਦੇ ਬੈਰਾਗੀ ਨੂੰ ਬੰਦਾ ਸਿੰਘ ਬਹਾਦਰ ਬਣਾਉਂਦੇ ਆ। ਦੱਸੋਗੇ ਕਿੰਨੇ ਸਾਲ ਲੱਗੇ ਸੀ? ਨਾ। ਗੁਰੂ ਦੇ ਘਰ 'ਚ ਕਾਹਦੀ ਦੇਰੀ ਹੈ? ਉਹਦੀ ਤਾਂ ਨਜ਼ਰ ਹੋਣੀ ਚਾਹੀਦੀ ਹੈ। ਹਾਂਜੀ। ਹਰ ਗੁਣ ਨਿਤ ਗਾਏ, ਨਾਮ ਧਿਆਏ, ਫਿਰ ਸੋਗ ਨਾਹੀ ਸੰਤਾਪੈ। ਹਰੀ ਦੇ ਗੁਣ ਗਾਓਗੇ, ਉਸ ਪ੍ਰਭੂ ਪਰਮਾਤਮਾ ਦਾ ਨਾਮ ਧਿਆਓਗੇ, ਜੀਵਨ ਵਿੱਚ ਕਦੇ ਸੋਗ ਨਹੀਂ, ਜਿਹਨੂੰ ਸ਼ੋਕ ਕਹਿੰਦੇ ਹੋ, ਗਮ ਹੀ ਨਹੀਂ ਤੇ ਡਿਪਰੈਸ਼ਨ ਕਿੱਥੋਂ ਹੈ? ਗਮ ਦੀ ਅਗਲੀ ਸਟੇਜ ਡਿਪਰੈਸ਼ਨ ਹੈ। ਅਗਰ ਬੰਦਾ ਖੁਸ਼ ਰਹਿੰਦਾ ਤੇ ਡਿਪਰੈਸ਼ਨ ਨਹੀਂ ਹੋ ਸਕਦਾ। ਕੋਈ ਸੋਗ ਗਮ ਦੇ ਵਿੱਚ ਚਲਾ ਜਾਏ ਆਦਮੀ, ਕੁਝ ਸਮਾਂ ਉਹਨੂੰ ਨਾ ਬਾਹਰ ਨਿਕਲਣ ਦਾ ਟਾਈਮ ਮਿਲੇ, ਤੇ ਉਹਦੀ ਅਗਲੀ ਬਿਮਾਰੀ ਜਿਹੜੀ ਉਹ ਡਾਕਟਰਾਂ ਨੇ ਡਾਇਗਨੋਸ ਕੀਤੀ ਹੈ, ਕਹਿੰਦੇ ਭਾਈ ਇਹਨੂੰ ਡਿਪਰੈਸ਼ਨ ਹੋ ਗਿਆ। ਹਾਂਜੀ। ਨਾਨਕ ਸੋ ਪ੍ਰਭ ਜੀਅ ਕਾ ਦਾਤਾ, ਪੂਰਾ ਜਿਸ ਪਰ ਤਾਪੈ। ਗੁਰੂ ਅਰਜਨ ਦੇ ਪਿਤਾ ਫਿਰ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਦੇ ਨੇ ਕਿ ਪ੍ਰਭੂ
ਜੀਵਨ ਦਾਨ ਦੇਣ ਵਾਲਾ ਹੈ, ਇਹ ਸਭ ਉਹਦਾ ਪ੍ਰਤਾਪ ਹੈ। ਹਾਂਜੀ। ਹਰ ਹਰੀ ਹਰ ਗੁਣ ਨਿਦੇ, ਹਰ ਸੰਤਨ ਕੈ ਵਸ ਆਏ RAM। ਉਸ ਹਰੀ ਪ੍ਰਮਾਤਮਾ ਦੇ ਗੁਣ, ਉਹ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਆਪ ਹੈ। ਹਰ ਸੰਤਨ ਕੈ ਵਸ ਆਏ RAM, ਉਹ ਪ੍ਰਮਾਤਮਾ ਹਮੇਸ਼ਾ ਭਗਤਾਂ ਦੇ ਵਸ ਵਿੱਚ ਰਹਿੰਦਾ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਹਾਂਜੀ। ਸੰਤ ਚਰਨ ਗੁਰ ਸੇਵਾ ਲਾਗੇ, ਤਿਨੀ ਪਰਮ ਪਦ ਪਾਏ RAM। ਸੰਤ ਉਹ ਹੈ ਜਿਹੜਾ ਰੱਬ ਦੀ ਸੇਵਾ ਦੇ ਵਿੱਚ ਲੱਗਿਆ ਔਰ ਉਹਨੇ ਪਰਮ ਪਦਵੀ ਨੂੰ, ਉਹਨੇ ਚੌਥੀ ਅਵਸਥਾ ਨੂੰ ਪ੍ਰਾਪਤ ਕੀਤਾ ਹੈ। ਹਾਂਜੀ। ਪਰਮ ਪਦ ਪਾਇਆ ਆਪ ਮਿਟਾਇਆ, ਹਰ ਪੂਰਨ ਕਿਰਪਾ ਧਾਰੀ। ਜਿਨੇ ਪਰਮ ਪਦਵੀ ਨੂੰ ਪ੍ਰਾਪਤ ਕਰ ਲਿਆ, ਉਹਨੇ ਸਭ ਤੋਂ ਪਹਿਲਾਂ ਆਪਾ ਭਾਵ ਮਿਟਾਇਆ। ਜਿਨੇ ਆਪਾ ਭਾਵ ਮਟਾਇਆ, ਉਹਦੀ ਨਿਸ਼ਾਨੀ ਹੈ ਕਿ ਉਹਦੇ ਤੇ ਵਾਹਿਗੁਰੂ ਦੀ ਕਿਰਪਾ ਹੋ ਗਈ ਭਾਈ। ਹਾਂਜੀ। ਸਫਲ ਜਨਮ ਹੋਆ ਬਹੁ ਭਾਗਾ, ਹਰ ਭੇਟਿਆ ਏਕ ਮੁਰਾਰੀ। ਜਿਹਦਾ ਜਨਮ ਸਫਲ ਹੋ ਗਿਆ, ਜਿਹਦੇ ਜੀਵਨ ਵਿੱਚੋਂ ਭਉ ਡਰ ਖਤਮ ਹੋ ਗਿਆ, ਇਹ ਨਿਸ਼ਾਨੀ ਹੈ ਕਿ ਉਹਨੂੰ ਇੱਕ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ। ਉਹਨੂੰ ਹਰੀ ਵਾਹਿਗੁਰੂ ਆਪ ਮਿਲ ਗਿਆ ਹੈ। ਹਾਂਜੀ। ਜਿਸ ਕਾ ਸਾ ਤਿਨਹੀ ਮੇਲ ਲੀਆ, ਜੋਤੀ ਜੋਤ ਸਮਾਇਆ। ਜਿਹਦਾ ਸੀ ਉਸ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ। ਹਾਂ ਤਾਂ ਅਸੀਂ ਰੱਬ ਦੇ ਬੰਦੇ ਹੀ ਆ ਨਾ, ਰੱਬ ਕੋਲੋਂ ਆਏ ਆ, ਰੱਬ ਕੋਲ ਵਾਪਸ ਜਾਣਾ ਹੈ। ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ ਉਹ ਮਿਲ ਜਾਂਦੇ ਨੇ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ RAM, ਜੋਤੀ ਜੋਤ ਰਲੀ, ਸੰਪੂਰਨ ਥੀਆ RAM। ਤੇ ਜਿਨ੍ਹਾਂ ਤੇ ਨਹੀਂ ਕਿਰਪਾ ਹੁੰਦੀ, ਉਹ 84 ਲੱਖ ਜੂਨਾਂ ਦੇ ਗੇੜ ਵਿੱਚ ਪੈ ਜਾਂਦੇ ਨੇ। ਹਾਂਜੀ। ਨਾਨਕ ਨਾਮ ਨਿਰੰਜਨ ਜਪੀਆ, ਮਿਲ ਸਤਿਗੁਰ ਸੁਖ ਪਾਇਆ। ਫਿਰ ਗੁਰੂ ਅਰਜਨ ਦੇ ਪਿਤਾ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਕਹਿੰਦੇ ਨੇ, ਜਿਹੜਾ ਨਾਮ ਨਿਰੰਜਨ ਹੈ, ਜੇ ਇਹ ਜਪੀਏ, ਮਿਲ ਸਤਿਗੁਰ ਸੁਖ ਪਾਇਆ। ਗੁਰੂ ਦੇ ਮਿਲਾਪ ਤੋਂ ਇਸ ਸੁਖ ਦੀ ਪ੍ਰਾਪਤੀ ਹੁੰਦੀ ਹੈ। ਹਾਂਜੀ। ਗਾਓ ਮੰਗਲੋ ਨਿਤ ਹਰ ਜਨੋ, ਪੁੰਨੀ ਇਸ ਸਬਾਈ RAM। ਆਓ ਭਾਈ ਉਸ ਪ੍ਰਮਾਤਮਾ ਦੇ ਮੰਗਲ ਗਾਈਏ ਜਿਨੇ ਸਾਰੀਆਂ ਇੱਛਾ ਪੂਰੀਆਂ ਕਰ ਦਿੱਤੀਆਂ ਨੇ। ਅਸੀਂ ਰੋਜ਼ ਆਨੰਦ ਸਾਹਿਬ ਚ ਪੜ੍ਹਦੇ ਹਾਂ, ਇੱਛਾ ਸਭ ਪੁਜਾਈਆਂ, ਰੋਜ਼ ਪੜ੍ਹਦੇ ਹਾਂ ਅਸੀਂ। ਤੇ ਉਹ ਇੱਛਾ ਕੀ ਨੇ? ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ। ਹਾਂਜੀ। ਰੰਗ ਰਤੇ ਆਪਣੇ ਸੁਆਮੀ ਸੇਤੀ, ਮਰੈ ਨ ਆਵੈ ਜਾਈ RAM। ਫਿਰ ਉਹ ਜੀਵ ਮਰਦਾ ਨਹੀਂ, ਜੰਮਦਾ ਨਹੀਂ, ਉਹ ਆਪਣੇ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ। ਹਾਂਜੀ। ਅਬਨਾਸੀ ਪਾਇਆ ਨਾਮ ਧਿਆਇਆ, ਸਗਲ ਮਨੋਰਥ ਪਾਏ। ਜਿਨ੍ਹਾਂ ਨੇ ਅਬਨਾਸ਼ੀ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਹੈ, ਪ੍ਰਮਾਤਮਾ ਨੂੰ ਸਿਮਰਿਆ ਹੈ, ਉਹਨਾਂ ਦੇ ਸਾਰੇ ਮਨੋਰਥ ਪੂਰੇ ਹੋ ਗਏ। ਹਾਂਜੀ। ਸਾਤ ਸਹਿਜ ਆਨੰਦ ਕਨੇਰੇ, ਗੁਰ ਚਰਨੀ ਮਨ ਲਾਏ। ਉਹਨਾਂ ਦੇ ਜੀਵਨ ਵਿੱਚ ਸ਼ਾਂਤੀ ਹੈ, ਸਹਿਜ ਹੈ, ਆਨੰਦ ਹੈ, ਜਿਨ੍ਹਾਂ ਨੇ ਗੁਰੂ ਚਰਨਾਂ ਦੇ ਨਾਲ ਆਪਣਾ ਮਨ ਜੋੜਿਆ ਹੈ। ਹਾਂਜੀ। ਪੂਰ ਰਹਿਆ ਘਟ ਘਟ ਅਬਿਨਾਸੀ, ਥਾਨ ਥਨੰਤਰ ਸਾਈ। ਪਰਮਾਤਮਾ ਹਰ ਹਿਰਦੇ ਵਿੱਚ ਵਿਆਪਕ ਹੈ, ਉਹ ਨਾਸ਼ ਰਹਿਤ ਹੈ। ਹਰ ਥਾਂ ਤੇ ਕੋਈ ਥਾਂ ਐਸੀ ਨਹੀਂ ਜਿੱਥੇ ਰੱਬ ਵਿਆਪਕ ਨਹੀਂ ਹੈ। ਉਹ ਜੈ ਜੈ ਪੇਖੋਂ ਤੈ ਹਜੂਰ, ਦੂਰ ਕਤੋ ਨਾ ਜਾਈ, ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਹਾਂਜੀ। ਕਹੋ ਨਾਨਕ ਕਾਰਜ ਸਗਲੇ ਪੂਰੇ, ਗੁਰ ਚਰਨੀ ਮਨ ਲਾਈ। ਫਿਰ ਗੁਰੂ ਅਰਜਨ ਦੇ ਪਿਤਾ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਕਹਿੰਦੇ ਨੇ, ਕਾਰਜ ਸਗਲੇ ਪੂਰੇ, ਗੁਰ ਚਰਨੀ ਮਨ ਲਾਈ। ਗੁਰੂ ਦੇ ਚਰਨਾਂ ਨਾਲ ਮਨ ਜੋੜ, ਬੰਦਿਆ ਤੇਰੇ ਜੀਵਨ ਦੇ ਸਾਰੇ ਕਾਰਜ ਪੂਰੇ ਹੋ ਜਾਣਗੇ, ਕੋਈ ਜੀਵਨ ਵਿੱਚ ਕਮੀ ਨਹੀਂ ਰਹਿ ਜਾਏਗੀ। ਨਹੀਂ ਤਾਂ ਚੇਤਾ ਰੱਖਣਾ, ਬੰਦਾ ਹੀ ਪੂਰਾ ਹੁੰਦਾ, ਕੰਮ ਨਹੀਂ ਪੂਰੇ ਹੁੰਦੇ। ਜਦੋਂ ਮਰਦਾ ਆਪਾਂ ਇੱਕੋ ਗੱਲ ਕਹਿੰਦੇ ਜੀ ਪੂਰਾ ਹੋ ਗਿਆ ਹੈ, ਬਸ ਠੀਕ ਹੈ ਇਹ ਪੂਰਾ ਹੋ ਗਿਆ ਹੈ, ਪਰ ਇਹ ਮਤ ਸੋਚਣਾ ਵੀ ਇਹਦੇ ਕੰਮ ਪੂਰੇ ਹੋ ਗਏ, ਨਹੀਂ, ਇਹਦੇ ਜੀਵਨ ਦੀ ਯਾਤਰਾ ਪੂਰੀ ਨਹੀਂ ਹੋਈ। ਜੇ ਪੂਰੇ ਹੋਣਾ ਹੈ ਤਾਂ ਉਸ ਪੂਰੇ ਦੇ ਨਾਲ ਹੀ ਜੁੜਨਾ ਪਵੇਗਾ, ਉਹਦੇ ਗੁਣ ਗਾਉਣੇ ਪੈਣਗੇ। ਇੰਨੇ ਕੁ ਸ਼ਬਦ ਪ੍ਰਵਾਨ ਕਰਨਾ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ।
ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਭੁੱਲਾਂ ਦੀ ਮਾਫੀ ਦੇਣ, ਆਪ ਸੰਗਤ ਬਖਸ਼ਣ ਯੋਗ ਹੋ, ਮੇਰੀਆਂ ਭੁੱਲਾਂ ਬਖਸ਼ ਦੇਣੀਆਂ। ਅਕਾਲ ਪੁਰਖ ਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਕਿਰਪਾ ਕੀਤੀ 2 ਸ਼ਬਦ ਬੋਲਣ ਦੀ ਦਾਤ ਬਖਸ਼ੀ ਹੈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਜੀ ਦਾ ਧੰਨਵਾਦ, ਜੋ ਹਮੇਸ਼ਾ ਸਮਾਂ ਵੰਡ ਕਰਦੇ ਆ ਆਪ ਸੰਗਤ ਦੇ ਦਰਸ਼ਨ ਕਰਵਾਉਂਦੇ ਨੇ। ਸ਼ਬਦ ਵੱਡਾ ਸੀ, ਸਮਾਂ ਮਾਫੀ ਮੰਗਦਾ। ਆਓ ਫਤਿਹ ਬੁਲਾਉਣ ਤੋਂ ਪਹਿਲਾਂ ਸ਼ਬਦ ਦੀਆਂ ਜੋ 2 ਅੰਤਲੀਆਂ ਪੰਕਤੀਆਂ ਨੇ ਉਹਨਾਂ ਦਾ ਪਾਠ ਸਰਵਣ ਕਰੀਏ। ਹਾਂਜੀ। ਪੂਰ ਰਹਿਆ ਘਟ ਘਟ ਅਬਿਨਾਸੀ, ਥਾਨ ਥਨੰਤਰ ਸਾਈ। ਕਹੋ ਨਾਨਕ ਕਾਰਜ ਸਗਲੇ ਪੂਰੇ, ਗੁਰ ਚਰਨੀ ਮਨ ਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ